रंजीत सिंह का कोई फॉलोअर आपको ऐसा नहीं मिलेगा जो कहे कि मुझे रंजीत सिंह की इस बात पे फख्र है कि उसने बादशाह मस्जिद में घोड़े बांधे, और महमूद गजनवी का हर फॉलोअर इस बात पे फख्र करता है कि उसने मंदिर तोड़ा। ये जब आप इस चीज से निकल के मेरिट पे आएंगे ना, आप कहेंगे नहीं यार, अगर रंजीत सिंह ने घोड़े बांधे थे तो गलत किया था, और महमूद ने अगर मंदिर तोड़ा था तो गलत किया। ये अच्छा जी, ਇਹ ਹਾਲਾਂਕਿ ਗੱਲ ਕੋਈ ਹੋਰ ਸਮਝਾਉਣਾ ਚਾਹ ਰਿਹਾ ਬੰਦਾ, ਇਹਦੀ ਗੱਲ ਦਾ ਜਵਾਬ ਮੈਂ ਦੇ ਆਇਆ। ਇਹ ਅਸਲ ਵਿੱਚ ਤੇ ਇਹਨਾਂ ਮਿਸਾਲ ਦੇ ਕੇ ਅੱਜ ਦੇ ਸਮਝਾਉਣਾ ਕਿ ਅਗਰ ਕੋਈ ਵੱਡਾ ਬੰਦਾ ਵੀ ਉਹੀ ਕੰਮ ਕਰੇ, ਜਾਂ ਤੁਹਾਡੇ ਯਾਨੀ ਕਿ ਹਲਾ ਮਜ਼ਹਬ ਦਾ ਹੀ ਬੰਦਾ ਹੋਏ ਤੇ ਉਹ ਕੰਮ ਕਰੇ ਤੇ ਉਹਨੂੰ ਹੀ ਗਲਤ ਕਹੋ, ਤੁਹਾਡਾ ਆਪਣਾ ਵੀ ਕੋਈ ਹੈ ਤੇ ਉਹਨੂੰ ਤੁਸੀਂ ਗਲਤ ਕਹੋ, ਕਹਿਣਾ ਇਹ ਚਾਹ ਰਹੇ। ਲੇਕਿਨ ਕਿਉਂਕਿ ਨੇ ਇੱਕ ਤਰੀਕ ਦੇ ਵਾਕਿਏ ਦਾ ਦਾਇ ਹਵਾਲਾ ਗੱਲ ਸਮਝਾਉਣ ਵਾਸਤੇ ਕੀਤੀ ਉਹਨੇ, ਮੈਂ ਮੰਨਦਾ। ਲੇਕਿਨ ਅਸਲ ਵਿੱਚ ਇਹਨੇ ਕਿਹਾ ਜੀ ਰਣਜੀਤ ਸਿੰਘ ਦਾ ਕੋਈ ਵੀ ਫਾਲੋਵਰ ਜਿਹੜਾ ਨਾ ਉਹ ਇਸ ਗੱਲ 'ਤੇ ਜਿਹੜਾ ਉਹ ਨਹੀਂ ਕਰਦਾ ਫਖਰ ਕਿ ਉਹਨੇ ਘੋੜੇ ਬੰਨੇ ਹਨ ਮਸਜਿਦ ਦੇ ਵਿੱਚ, ਔਰ ਯਾਨੀ ਕਿ ਮੁਹੰਮਦ ਗਜ਼ਨਵੀ ਦਾ ਹਰ ਬੰਦਾ ਜਿਹੜਾ ਨਾ ਉਹ ਕਰਦਾ ਕਿ ਉਹਨੇ ਬੁੱਤ ਤੋੜੇ ਸਨ। ਠੀਕ ਹੈ, ਯਾਨੀ ਅਸਲ ਵਿੱਚ ਇਹ ਡੀਗ੍ਰੇਡ ਕਰਨਾ ਚਾਹ ਰਿਹਾ ਕਿ ਮੁਹੰਮਦ ਗਜ਼ਨਵੀ ਨੇ ਜੋ ਕੀਤਾ ਉਹਨੇ ਗਲਤ ਕੀਤਾ, ਅਤੇ ਰਣਜੀਤ ਸਿੰਘ ਦਾ ਤਾਂ ਚਲੋ ਕੀਤਾ, ਲੇਕਿਨ ਉਹਨੇ ਵੀ ਕੀਤਾ ਗਲਤ ਹੀ, ਲੇਕਿਨ ਉਹਦੇ ਜਿਹੜੇ ਸਿੱਖ ਜਿਹੜੇ ਨਾ ਬੜੇ ਚੰਗੇ ਨੇ ਉਹਦੇ 'ਤੇ ਕੋਈ ਫਖਰ ਨਹੀਂ ਕਰਦੇ। ਹੁਣ ਉਹ ਫਖਰ ਕਿਉਂ ਨਹੀਂ ਕਰਦੇ, ਉਹਦਾ ਮੈਂ ਤੈਨੂੰ ਇੱਕ ਵਜ੍ਹਾ ਦੱਸ ਰਿਹਾ, ਕਿਉਂਕਿ ਸਾਡਾ ਜਿਹੜਾ ਹੈ ਨਾ ਉਹ ਸਾਡੇ ਆਪਣੇ ਯਾਨੀ ਕਿ ਮੁਸਲਮਾਨਾਂ ਦੇ ਅਤੇ ਅੱਲਾ ਦੇ ਕੋਲੋਂ ਕਾਨੂੰਨ ਆਏ ਹੈ। ਠੀਕ ਹੈ, ਔਰ ਜਿਹੜਾ ਸਿੱਖਾਂ ਨੇ ਜਾਂ ਦੂਸਰੇ ਮਜ਼ਹਬ ਵਾਲਿਆਂ ਕਾਨੂੰਨ ਲਏ ਆ, ਉਹਨਾਂ ਕਾਨੂੰਨ ਲਏ ਆ ਬਾਕੀ ਮਜ਼ਹਬ ਵਾਲਿਆਂ ਕੋਲ, ਯਾਨੀ ਜਿਹੜੀਆਂ ਆਸਮਾਨੀ ਕਿਤਾਬਾਂ ਨੇ ਜਾਂ ਉਹਨਾਂ ਇਖਲਾਕੀਆਤ ਲਈਆਂ ਨੇ ਮੁਸਲਮਾਨਾਂ ਕੋਲ, ਜਾਂ ਉਹਨਾਂ ਇਖਲਾਕੀਆਤ ਲਈਆਂ ਨੇ ਇਹ ਈਸਾਈਆਂ ਕੋਲ, ਯਹੂਦੀਆਂ ਕੋਲ, ਯਾਨੀ ਜਿਹੜੇ ਆਸਮਾਨੀ ਮਜ਼ਹਬ ਨੇ ਉਹਨਾਂ ਕੋਲ ਇਖਲਾਕ ਲਏ ਨੇ। ਠੀਕ ਹੈ, ਇਹ ਗੱਲ ਬੜੀ ਸਮਝਣ ਵਾਲੀ ਹੈ ਅਗਰ ਤੁਸੀਂ ਸਮਝੋ। ਇਸ ਵਾਸਤੇ ਅਗਰ ਉਹ ਕੋਈ ਫਖਰ ਨਹੀਂ ਕਰਦਾ ਤਾਂ ਇਸ ਵਜ੍ਹਾ ਤੋਂ ਨਹੀਂ ਕਰਦੇ। ਠੀਕ ਹੈ, ਔਰ ਇਹ ਗੱਲ ਮੈਂ ਐਵੇਂ ਨਹੀਂ ਕਰਾਂਗਾ, ਇਹ ਸਿੱਖਾਂ ਦੀ ਤੁਸੀਂ ਕਿਤਾਬ ਚੁੱਕ ਕੇ ਵੇਖੋ, ਉਹਦੇ ਵਿੱਚ ਉਹ ਸਿੱਖਾਂ ਦਾ ਜਿਹੜਾ ਆਵੇ ਨਾ ਗੁਰੂ ਨਾਨਕ, ਉਹ ਮੁਸਲਮਾਨਾਂ ਦੇ ਯਾਨੀ ਕਿ ਸ਼ਖਸੀਅਤ ਦੀਆਂ ਮਿਸਾਲਾਂ ਦੇ ਅਤੇ ਆਪਣੀ ਕੌਮ ਨੂੰ ਵਹੀ ਸਮਝਾਉਂਦਾ ਕਿ ਇੰਝ ਵੀ ਹੈ ਵੀ। ਠੀਕ ਹੈ, ਅਤੇ ਇਹਨਾਂ ਇਖਲਾਕੀਆਤ ਨਹੀਂ ਮੁਸਲਮਾਨਾਂ ਕੋਲ ਨਹੀਂ, ਆਸਮਾਨੀ ਕੁਤਬ ਕੋਲ ਜਿਹੜੀ ਇਖਲਾਕੀਆਤ ਅੱਲਾ ਨੇ ਉਤਾਰੀਆਂ। ਇਸ ਵਾਸਤੇ ਸਿੱਖਾਂ ਦਾ ਕੋਈ ਵੀ ਜਿਹੜਾ ਨਾ ਉਹ ਇਸ ਚੀਜ਼ 'ਤੇ ਉਹ ਨਹੀਂ ਕਰਦੇ ਆਪਾਂ। ਠੀਕ ਹੈ, ਇੱਕ ਗੱਲ ਇਹ ਵੀ। ਹੁਣ ਦੂਸਰੀ ਗੱਲ ਇਹ ਛੱਡ ਕੇ ਨਹੀਂ ਜਾਣੀ ਵੀਡੀਓ, ਕਿਉਂਕਿ ਉਹਨਾਂ ਦੀ ਆਪਣੀ ਕੋਈ ਇਖਲਾਕੀਆਤ ਹੀ ਨਹੀਂ, ਮੁਸਲਮਾਨਾਂ ਕੋਲ ਜਾਂ ਫਿਰ ਦੂਸਰਿਆਂ ਕੋਲ ਇਖਲਾਕੀਆਤ ਨਹੀਂ ਆ। ਠੀਕ ਹੈ, ਜਾਂ ਏਥੀਅਸਟ ਕੋਲ ਲੈਣ ਦੇ ਅੱਜ ਕੱਲ੍ਹ, ਕਿਉਂਕਿ ਇਹ ਹੀ ਹੈ ਨਾ ਕਿ ਜੀ ਇਹ ਵੀ ਗਲਤ ਅਤੇ ਉਹ ਵੀ ਗਲਤ। ਦੂਸਰੀ ਗੱਲ ਹੈ ਵੀ ਅਗਰ ਤੁਸੀਂ ਕਹੋ ਕਿ ਮੁਹੰਮਦ ਗਜ਼ਨਵੀ ਨੇ ਗਲਤ ਕੀਤਾ ਸੀ, ਅਤੇ ਇਹ ਵੀ ਗੱਲ ਗਲਤ ਹੈ ਕਿ ਕੋਈ ਫਖਰ ਨਹੀਂ ਕਰਦਾ ਬੜੇ, ਜੇ ਫਖਰ ਕਰਦੇ ਠੀਕ ਹੈ, ਉਹਨਾਂ ਦੇ ਵੀ ਜਿਹੜੇ ਬੜੇ ਯਾਨੀ ਕਿ ਜੋਸ਼ ਦਿਲਾਉਣ ਵਾਸਤੇ ਕਹਿਣ ਦੇ ਕਿ ਲੈ ਆਹ ਤਾਂ ਮੁਸਲਮਾਨਾਂ ਦਾ ਪਤਾ ਕਰਕੇ ਰੱਖਿਆ ਸੀ। ਅੱਜ ਸਾਰੇ ਕੌਮਾਂ ਗੱਲਾਂ ਕਰਦੀਆਂ ਨੇ, ਮੁਸਲਮਾਨ ਇਹ ਗੱਲ ਕਰਦੇ ਨੇ ਕਿ ਜੀ ਉਹਨੇ ਠੀਕ ਹੈ ਮੁਹੰਮਦ ਗਜ਼ਨਵੀ ਨੇ ਤੋੜੇ ਸਨ ਇਹ ਬੁੱਤ, ਅਤੇ ਇਹ ਅਗਰ ਤੁਸੀਂ ਕਹੋ ਨਾ ਇਹ ਚੀਜ਼ ਗਲਤ ਹੈ। ਠੀਕ ਹੈ, ਅਤੇ ਇਹ ਬਿਲਕੁਲ ਗਲਤ ਹੈ। ਇਹ ਗੱਲ ਕਿੱਥੋਂ ਤੱਕ ਜਾਏਗੀ, ਇਹ ਤਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਬੁੱਤ ਤੋੜੇ ਸਨ। ਠੀਕ ਹੈ, ਅਗਰ ਮੁਹੰਮਦ ਗਜ਼ਨਵੀ ਨੇ ਤੋੜ ਦਿੱਤੇ ਤਾਂ ਇਹ ਕਿਹਦੀ ਗਲਤ ਹੋ ਸਕਦਾ। ਫਿਰ ਅਗਰ ਤੁਸੀਂ ਇਹ ਹੀ ਕ੍ਰਾਈਟੇਰੀਆ ਬਣਾਉਣਾ ਹੈ ਅਤੇ ਫਿਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਮਾਜ਼ ਅੱਲਾ ਸੁੰਮਾ ਮਾਜ਼ ਅੱਲਾ ਗਲਤ ਕੀਤਾ ਸੀ। ਠੀਕ ਹੈ, ਨਹੀਂ, ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਖੁਦਾ ਦੇ ਬੰਦੇ ਹੋ, ਤੁਸੀਂ ਕੁਰਾਨ ਨੂੰ, ਹਦੀਸ ਨੂੰ, ਤਾਰੀਖ ਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਨਾ ਪੜ੍ਹਦੇ। ਮਸਲਾ ਹੀ ਇਹ ਹੈ, ਤੁਸੀਂ ਇਸ 1000 ਸਾਲ ਬਾਅਦ ਜਾਂ 1400 ਸਾਲ ਬਾਅਦ ਆ ਕੇ ਤੁਸੀਂ ਕਹਿਣ ਲੱਗ ਪਓਗੇ ਜੀ ਯਾਨੀ ਕਿ ਫਲਾਣੇ ਬੰਦੇ ਨੇ ਗਲਤ ਕੀਤਾ ਸੀ। ਠੀਕ ਹੈ, ਫਲਾਣੇ ਬੰਦੇ ਨੇ ਗਲਤ ਕੀਤਾ ਸੀ, ਇੰਝ ਕਹਿਣ ਲੱਗ ਪਓ ਤਾਂ ਤੁਹਾਨੂੰ ਸਮਝ ਨਹੀਂ ਆਏਗੀ। ਕਿਉਂਕਿ ਜਦੋਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਮੱਕਾ ਫਤਿਹ ਕੀਤਾ, ਉਸ ਟਾਈਮ ਸਿਚੁਏਸ਼ਨ ਹੋਰ ਸੀ, ਔਰ ਜਦੋਂ ਮੁਹੰਮਦ ਗਜ਼ਨਵੀ ਨੇ ਮੰਦਰ ਫਤਿਹ ਕੀਤਾ ਉਸ ਟਾਈਮ ਸਿਚੁਏਸ਼ਨ ਹੋਰ ਸੀ, ਜਾਂ ਜਦੋਂ ਰਣਜੀਤ ਸਿੰਘ ਨੇ ਵੀ ਫਤਿਹ ਕੀਤਾ ਯਾਨੀ ਕਿ ਫਤਿਹ ਕੀਤਾ ਹੈ ਜਾਂ ਕਬਜ਼ਾ ਕੀਤਾ, ਜੋ ਤੁਸੀਂ ਇਹਨੂੰ ਕਹਿ ਲਓ। ਠੀਕ ਹੈ, ਉਦੋਂ ਉਹਨੇ ਘੋੜੇ ਬੰਨੇ ਅਤੇ ਉਹ ਕੋਈ ਮੁਸਲਮਾਨ ਤਾਂ ਨਹੀਂ ਸੀ ਨਾ ਕਿ ਉਹ ਕੋਈ ਸੋਚਦਾ ਕਿ ਜੀ ਇਹ ਗਲਤ ਹੈ ਜਾਂ ਸਹੀ ਹੈ। ਜਾਂ ਅਗਰ ਇਹ ਜਾਂ ਉਹ ਮੁਹੰਮਦ ਗਜ਼ਨਵੀ ਨੇ ਅਗਰ ਮੰਦਰ ਤੋੜੇ ਨੇ ਅਤੇ ਉਹ ਕੋਈ ਹਿੰਦੂ ਤਾਂ ਨਹੀਂ ਸੀ ਨਾ ਜਿਹੜਾ ਬੜਾ ਅਦਬ ਕਰਦਾ। ਠੀਕ ਹੈ, ਨਾਲੇ ਜੰਗ ਦੇ ਵਿੱਚ ਜਿਹੜਾ ਬੰਦਾ ਜਿੱਤਦਾ ਨਾ ਉਹ ਇਹੋ ਜਿਹੇ ਕੰਮ ਕਰਦਾ, ਇਹਦੇ ਵਿੱਚ ਕੋਈ ਐਡੀ ਮਸਲੇ ਵਾਲੀ ਗੱਲ ਨਹੀਂ। ਔਰ ਅਗਰ ਤੁਸੀਂ ਇਸ ਗੱਲ 'ਤੇ ਇਤਰਾਜ਼ ਕਰੋ ਕਿ ਰਸੂਲ, ਅਤੇ ਫਿਰ ਇਹ ਗੱਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੱਕ ਜਾਏਗੀ। ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਹਲਾਕੀਆਤ ਨਹੀਂ ਹਨ ਪਤਾ,
ਰਸੂਲੁल्लाह सल्लल्लाहु अलैहि वसल्लम ਵੀ ਪਹਿਲਾਂ ਵੀ ਤੇ ਖਾਨੇਕਾਬ ਦੇ ਵਿੱਚ ਇਬਾਦਤ ਕਰਦੇ ਹਨ ਤੇ ਬਾਅਦ 'ਚ ਵੀ ਕਰਦੇ ਰਹਿੰਦੇ ਤੇ ਉਹ ਬੁੱਤ ਤੋੜੇ ਉਹ ਯਾਰ ਖੁਦਾ ਦੇ ਬੰਦੇ ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਹੈ। ਤੁਸੀਂ 1000 ਸਾਲ ਬਾਅਦ ਉੱਠ ਕੇ 1500 ਸਾਲ ਬਾਅਦ ਉੱਠ ਕੇ ਤੇ ਇਹ ਚੀਜ਼ਾਂ ਨੂੰ ਤੁਸੀਂ ਆਈਡੈਂਟੀਫਾਈ ਕਰਨ ਲੱਗ ਪਓ ਜਿਹੜੇ ਅੱਜ ਕੱਲ੍ਹ ਤੁਹਾਡੇ ਹਾਂ ਹਾਲਾਕੀਆਤ ਨੇ ਔਰ ਜਿਹੜੀ ਹਾਲਾਕੀਆਤ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਨੇ ਠੀਕ ਹੈ। ਇਹਨੂੰ ਕਹਿੰਦੇ ਇਜਤਿਹਾਦ ਸਾਡੇ ਵਿੱਚ ਮੁੱਕ ਗਿਆ ਠੀਕ ਹੈ। ਮੌਲਵੀ ਹੈ ਨਾ ਉਹ ਸਿਰਫ ਉਸ ਵਕਤ ਮੌਲਵੀ ਦੀ ਵੀ ਇੱਕ ਗਲਤੀ ਹੈ ਉਹ ਸਿਰਫ ਯਾਨੀ ਕਿ ਉਹ ਵੀ ਸਿਚੁਏਸ਼ਨ ਨੂੰ ਨਹੀਂ ਸਮਝਦਾ ਕਿ ਉਸ ਵਕਤ ਸਿਚੁਏਸ਼ਨ ਕੀ ਸੀ ਤਾਂ ਉਹ ਕੀ ਸੀ ਠੀਕ ਹੈ। ਅਤੇ ਇਹ ਬਿਲਕੁਲ ਗਲਤ ਅੰਦਾਜ਼ ਹੈ ਕਿ ਤੁਸੀਂ ਕਹੋ ਕਿ ਮੁਹੰਮਦ ਗਾਜ਼ੀ ਨਬੀ ਨੇ ਗਲਤ ਕੀਤਾ ਸੀ ਜਾਂ ਰਣਜੀਤ ਸਿੰਘ ਨੇ ਗਲਤ ਕੀਤਾ। ਜਿਹੜਾ ਬੰਦਾ ਜੰਗ ਜਿੱਤਦਾ ਹੈ ਜਿਹੜਾ ਬੰਦਾ ਫਤਹ ਕਰਦਾ ਅਗਲੀ ਕੌਮ ਨੂੰ ਡੀਗ੍ਰੇਡ ਕਰਨ ਵਾਸਤੇ ਇਹੋ ਜਿਹੇ ਇਹ ਕੰਮ ਕਰਨਾ ਗਲਤ ਨਹੀਂ ਹੈ ਠੀਕ ਹੈ। ਔਰ ਜੇ ਕੋਈ ਕਵੇ ਕਿ ਨਹੀਂ ਜੀ ਹਦੀਸ ਵਿੱਚ ਆਉਂਦਾ ਵੇ ਕਿ ਜੰਗ ਦੇ ਵਿੱਚ ਨਾ ਬੱਚਿਆਂ ਨੂੰ ਕੁਛ ਕਹੋ ਨਾ ਔਰਤਾਂ ਨੂੰ ਕੁਛ ਕਹੋ ਨਾ ਕਹੋ ਯਾਨੀ ਕਿ ਜਿਹੜੇ ਪੁਜਾਰੀ ਸ਼ਾਰੀ ਹੋਣੇ ਉਸ ਵਕਤ ਇਬਾਦਤ ਇਹ ਹਦੀਸ ਨੂੰ ਬੁਨਿਆਦ ਬਣਾ ਕੇ ਕਹੇ ਕਿ ਇਸ ਵਾਸਤੇ ਜੀ ਉਹਨੇ ਗਲਤ ਕੀਤਾ ਸੀ ਅਤੇ ਫਿਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਵੀ ਅਗਰ ਉਹੀ ਹਦੀਸ ਹਜ਼ੂਰ ਨੇ ਵੀ ਬਿਆਨ ਕੀਤੀ ਹੈ। ਹੁਣ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਵੀ ਚੁੱਪ ਕਰਕੇ ਅਤੇ ਆਰਾਮ ਦੇ ਨਾਲ ਉਹਨਾਂ ਨੂੰ ਵੀ ਕਹਿੰਦੇ ਆਓ ਤੁਸੀਂ ਇੱਕ ਸਾਈਡ 'ਤੇ ਬੁੱਤਖਾਨਾ ਬਣਾ ਲਓ ਉੱਥੇ ਠੀਕ ਹੈ। ਔਰ ਤੁਸੀਂ ਨਾ ਅਸੀਂ ਖਾਨਾਕਾਬਾ ਵਿੱਚ ਬੁੱਤ ਕੱਢ ਛੱਡਦੇ ਅਸੀਂ ਨਹੀਂ ਤੋੜਦੇ ਕਿਉਂ ਹਜ਼ੂਰ ਸੱਲੱਲਾਹੁ ਨੇ ਕਿਹਾ ਕਿ ਇੱਥੋਂ ਯਹੂਦੀਆਂ ਨੂੰ ਵੀ ਕੱਢ ਦਿਓ ਅਤੇ ਮੁਸ਼ਰਿਕਾਂ ਨੂੰ ਵੀ ਕੱਢ ਦਿਓ ਠੀਕ ਹੈ। ਖੁਦਾ ਦੇ ਬੰਦੇ ਕੋਈ ਤਾਰੀਖ ਨੂੰ ਪੜ੍ਹ ਕੇ ਕੋਈ ਸਿਚੁਏਸ਼ਨ ਦੇ ਮੁਤਾਬਿਕ ਚੀਜ਼ਾਂ ਨੂੰ ਸਮਝਿਆ ਕਰੋ ਕੋਈ ਯਾਨੀ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। 1000 ਜਾਂ 1400 ਸਾਲ ਬਾਅਦ ਬਹਿ ਕੇ ਅਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਸਹੀ ਨਹੀਂ ਹੈ ਠੀਕ ਹੈ। ਇਹ ਚੀਜ਼ਾਂ ਸਿਚੁਏਸ਼ਨ 'ਤੇ ਡਿਪੈਂਡ ਕਰਦੀਆਂ ਨੇ ਔਰ ਇਹਦਾ ਫੈਸਲਾ ਅੱਲਾ ਨੇ ਕਰਨਾ ਕਿ ਕਿਹਨੇ ਗਲਤ ਕੀਤਾ ਕਿਹਨੇ ਸਹੀ ਕੀਤਾ ਠੀਕ ਹੈ। ਅਤੇ ਇਹ ਚੀਜ਼ਾਂ ਤੁਸੀਂ ਨਹੀਂ ਸਮਝ ਸਕਦੇ ਠੀਕ ਹੈ। ਅਗਰ ਤੁਸੀਂ ਕਹੋ ਕਿ ਇਹ ਮੁਹੰਮਦ ਗਾਜ਼ੀ ਨਬੀ ਨੇ ਗਲਤ ਕੀਤਾ ਨਹੀਂ ਉਹਨੇ ਗਲਤ ਨਹੀਂ ਕੀਤਾ ਉਹਨੇ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਹੋ ਸਕਦਾ ਸਹੀ ਵੀ ਕੀਤਾ ਹੋ ਸਕਦਾ ਉਹਨੇ ਕਿਸੇ ਨਾ ਕੋਈ ਜ਼ਿਆਦਤੀ ਵੀ ਕੀਤੀ ਹੋਵੇ ਠੀਕ ਹੈ। ਲੇਕਿਨ ਤਾਰੀਖ ਦੇ ਵਿੱਚ ਕੀ ਸਹੀ ਰਿਹਾ ਤਾਰੀਖ ਦੇ ਵਿੱਚ ਇਹ ਸਹੀ ਰਿਹਾ ਕਿ ਮੁਹੰਮਦ ਉਹਨੇ ਮੰਦਰ ਤੋੜੇ ਔਰ ਇਹਦੇ ਵਿੱਚ ਵੀ ਕੰਟਰਡਿਕਸ਼ਨ ਪਾਈ ਜਾਂਦੀ ਹੈ। ਤਰੀਖ ਹੁੰਦੀ ਹੈ ਠੀਕ ਹੈ। ਇਖਤਲਾਫ ਹਰ ਜਗ੍ਹਾ 'ਤੇ ਪਾਇਆ ਜਾਂਦਾ ਅੱਗੂ ਹੈ ਜਿਹੜੀ ਗੱਲ ਕਰੇ ਤੈਨੂੰ ਉਹਦਾ ਹੀ ਮੈਂ ਜਵਾਬ ਦੇਣਾ ਇਖਤਲਾਫ ਹਰ ਪਾਸੇ ਹੁਣ ਮੁਹੰਮਦ ਗਾਜ਼ੀ ਨਬੀ ਦੇ ਬਾਰੇ ਵਿੱਚ ਵੀ ਉਹ ਕਹਿੰਦੇ ਨੇ ਕਿ ਜੀ ਉਹ ਤਾਂ ਇੱਥੋਂ ਕਿਉਂਕਿ ਇੱਥੇ ਬੜਾ ਕੁਛ ਸੀ ਯਾਨੀ ਕਿ ਬੜਾ ਜ਼ਿਆਦਾ ਸੀ ਇੱਥੇ ਜ਼ੇਵਰ ਜ਼ੂਵਰ ਸੀ ਅਤੇ ਉਹ ਕੱਢਣ ਆਇਆ ਸੀ ਯਾਨੀ ਅੱਜ ਕੱਲ੍ਹ ਦੇ ਜਿਹੜੇ ਉਹ ਅੰਗਰੇਜ਼ਾਂ ਨੇ ਇਹ ਵੀ ਚੀਜ਼ਾਂ ਮਸ਼ਹੂਰ ਕੀਤੀਆਂ ਨਾ ਮੁਸਲਮਾਨਾਂ ਔਰ ਜਿਹੜੇ ਕੋਈ ਜ਼ਿਆਦਾ ਮਜ਼ਹਬੀ ਟਾਈਪ ਲੋਕ ਨੇ ਉਹ ਕਹਿੰਦੇ ਨਹੀਂ ਜੀ ਉਹਨੇ ਤਾਂ ਇਸਾ ਦੇ ਮੰਦਰ ਨੂੰ ਤੋੜਿਆ ਸੀ ਕਿ ਉਹ ਜੀ ਰਸੂਲੁल्लाह सल्लल्लाहु अलैहि वसल्लम ਦੀ ਸੁੰਨਤ ਉਹਨੇ ਅਦਾ ਕੀਤੀ ਸੀ। ਇਹ ਦੋਵੇਂ ਗੱਲਾਂ ਤੁਹਾਡੇ ਮੂੰਹ ਦੀਆਂ ਨੇ ਠੀਕ ਇਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਕਿ ਹੋਇਆ ਕੀ ਸੀ ਠੀਕ ਹੈ। ਇਹਦੀ ਕੋਈ ਸਨਅਤ ਅੱਲਾ ਨੇ ਨਾਜ਼ਿਲ ਨਹੀਂ ਕੀਤੀ ਇਹ ਇੱਕ ਤਾਰੀਖ ਨੂੰ ਤਾਰੀਖ ਦੇ ਹਿਸਾਬ ਨਾਲ ਸਮਝਣ ਦੀ ਕੋਈ ਸਿਚੁਏਸ਼ਨ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਉਹ ਹਾਲਾਕੀਆਤ ਜਿਹੜੀਆਂ ਅੱਜ ਤੋਂ 1000 ਸਾਲ ਪਹਿਲਾਂ ਸਨ ਉਹਨੂੰ ਤੁਸੀਂ ਅੱਜ ਨਹੀਂ ਅਪਲਾਈ ਕਰ ਸਕਦੇ ਠੀਕ ਹੈ। ਕਿਉਂਕਿ ਹਰ ਯਾਨੀ ਕਿ ਤਕਰੀਰ ਆਉਂਦੀ ਰਹਿੰਦੀ ਹੈ ਨਾ ਕੁਛ ਹੁੰਦੇ ਆ ਮੁਸ਼ਤਰਕਾ ਹਾਲਾਕੀਆਤ ਠੀਕ ਹੈ। ਜੰਗ ਦੇ ਦੌਰਾਨ ਹਾਲਾਕੀਆਤ ਇੱਕ ਚੀਜ਼ਾਂ ਨਹੀਂ ਦੇਖਦੀਆਂ ਜਾਂ ਅਗਰ ਉਹ ਹਦੀਸ ਦਾ ਤੁਸੀਂ ਹਵਾਲਾ ਲਵੋ ਕਿ ਹਦੀਸ ਦੇ ਵਿੱਚ ਕਿ ਕਿਸੇ ਨੂੰ ਕੁਛ ਨਹੀਂ ਕਹਿਣਾ ਕਿਸੇ ਦੀ ਇਬਾਦਤਗਾਹ ਢਾਣਾ ਹੈ ਅਤੇ ਉਹ ਡਿਪੈਂਡ ਕਰਦਾ ਸਿਚੁਏਸ਼ਨ 'ਤੇ ਠੀਕ ਹੈ। ਉਹਨੂੰ ਮੈਂ ਤੁਹਾਨੂੰ ਮਿਸਾਲ ਦੇ ਕੇ ਸਮਝਾ ਦਿੱਤਾ ਹੈ ਕਿ ਫਿਰ ਰਸੂਲੁल्लाह सल्लल्लाहु अलैहि वसल्लम ਨੂੰ ਵੀ ਬੁੱਤ ਨਹੀਂ ਹਟਾਉਣਾ ਚਾਹੀਦਾ ਕਿ ਉਹ ਹਦੀਸ ਦਾ ਉਹੀ ਮਤਲਬ ਹੁੰਦਾ ਉਹ ਹਦੀਸ ਦਾ ਮਤਲਬ ਹੈ ਕਿਸੇ ਨੂੰ ਕੁਛ ਕਹਿਣਾ ਨਹੀਂ ਹੈ ਯਾਨੀ ਕਿ ਕਿਸੇ ਜਾਨੋਂ ਨਹੀਂ ਮਾਰਨਾ ਉਸਦੀ ਹੌਸਲਾ ਤਬਾਹ ਨਹੀਂ ਕਰਨਾ ਠੀਕ ਹੈ। ਮੰਦਰ ਨੂੰ ਕਿਉਂ ਉਹਨੇ ਤਬਾਹ ਕੀਤਾ ਹੁਣ ਮੈਨੂੰ ਤਾਰੀਖ ਦੇ ਵਿੱਚ ਅਗਰ ਕੋਈ ਕਵੇ ਕਿ ਜੀ ਉਹਨੇ ਰਸੂਲੁल्लाह सल्लल्लाहु अलैहि वसल्लम ਦੀ ਸੁੰਨਤ ਅਦਾ ਕੀਤੀ ਸੀ ਤਾਂ ਹੋ ਸਕਦਾ ਕਿ ਉਹ ਉਹਨਾਂ ਦਾ ਗੜ੍ਹ ਸੀ ਉਹ ਚਾਹੁੰਦਾ ਕਿ ਇਹਨਾਂ ਦਾ ਗੜ੍ਹ ਹੀ ਖਤਮ ਹੋ ਜਾਏ ਇਹਨਾਂ ਕੋਲ ਜਿਹੜਾ ਇੰਨਾ ਕੁਛ ਹੈ ਅਗਰ ਇਹ ਹੀ ਖਤਮ ਮੈਂ ਕਰ ਛੱਡਦਾ ਯਾਨੀ ਕਿ ਇਹਨਾਂ ਦੇ ਯਾਨੀ ਕਿ ਸਮਝ ਲਓ ਕਿ ਹਰ ਬੰਦੇ ਦਾ ਇੱਕ ਹੁੰਦਾ ਨਾ ਠਿਕਾਣਾ ਹੁੰਦਾ ਠਿਕਾਣਾ ਹੀ ਖਤਮ ਕਰ ਛੱਡਾਂਗਾ ਉਸ ਤੋਂ ਬਾਅਦ ਫਿਰ ਇਹ ਮੁਅੱਜ਼ਮ ਹੋ ਕੇ ਦੁਬਾਰਾ ਮੁਸਲਮਾਨਾਂ ਦੇ ਹਮਲਾ ਨਹੀਂ ਕਰ ਸਕਣ ਠੀਕ ਹੈ। ਇਹ ਵੀ ਹੋ ਸਕਦਾ ਔਰ ਦੂਸਰੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਵੀ ਉਹ ਸਹੀ ਹੋ ਸਕਦੀ ਮੈਨੂੰ ਨਹੀਂ ਪਤਾ ਠੀਕ ਹੈ। ਕਿਉਂਕਿ ਦੋਵੇਂ ਤਰ੍ਹਾਂ ਦੀਆਂ ਕਿ ਉਹ ਕੱਢ ਕੇ ਲੈ ਗਿਆ ਹੋਵੇ ਇਹਦਾ ਫੈਸਲਾ ਤਾਂ ਕਿਆਮਤ ਦੇ ਦਿਨ ਅੱਲਾ ਨੇ ਕਰਨਾ। ਬਾਕੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਮਦੀਨਾ ਦੇ ਸਾਰੇ ਬੁੱਤ ਕਿਉਂ ਢਾਹ ਦਿੱਤੇ ਕਿ ਦੁਬਾਰਾ ਇਹ ਚੀਜ਼ ਨਾ ਹੋਵੇ ਔਰ ਫਿਰ ਉਹਨਾਂ ਨੂੰ ਸਰਜ਼ਮੀਨ ਮੱਕਾ ਵਿੱਚ ਕਿਉਂ ਕੱਢ ਦਿੱਤਾ ਔਰ ਸਹਾਬਾ ਕਿਰਾਮ ਨੂੰ ਕਿਉਂ ਕਿਹਾ ਕਿ ਤੁਸੀਂ ਇਹਨਾਂ ਨੂੰ ਯਹੂਦੀਆਂ ਨੂੰ ਵੀ ਅਤੇ ਮੁਸ਼ਰਿਕਾਂ ਨੂੰ ਵੀ ਮੱਕੇ ਅਤੇ ਮਦੀਨੇ ਦੇ ਵਿੱਚੋਂ ਯਾਨੀ ਹਜ਼ਾਰ ਦੇ ਮੁਕੱਦਸ ਦੇ ਵਿੱਚੋਂ ਕੱਢ ਦਿੱਤੀ ਠੀਕ ਹੈ। ਤਾਂ ਕਿ ਉੱਥੇ ਦੁਬਾਰਾ ਉਹ ਜਗ੍ਹਾ 'ਤੇ
ਦੁਬਾਰਾ ਉਹ ਕੰਮ ਸ਼ੁਰੂ ਨਾ ਹੋ ਜੇ। ਠੀਕ ਹੈ।